Good morning, students. I hope you all are well and good. I'm your Punjabi teacher, and today we are going to start our 17th chapter ਵਾਕ ਬੋਧ। ਇਹ ਬੱਚੇ ਆਪਣਾ ਗ੍ਰਾਮਰ ਦਾ ਪਾਠ ਹੈ ਵਾਕ ਬੋਧ, ਤੇ ਇਸ ਪਾਠ ਵਿੱਚ ਸਾਨੂੰ ਵਾਕ ਬੋਧ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋ ਆਪਾਂ ਪੜ੍ਹਦੇ ਹਾਂ ਆਪਣਾ ਚੈਪਟਰ ਵਾਕ ਬੋਧ। ਆਮ ਗੱਲਬਾਤ ਕਰਨ ਜਾਂ ਲਿਖਣ ਸਮੇਂ ਅਸੀਂ ਵਧੇਰੇ ਕਰਕੇ ਇੱਕ ਤੋਂ ਵਧੇਰੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇੰਜ ਇੱਕ ਤੋਂ ਵਧੇਰੇ ਅਜਿਹੇ ਸ਼ਬਦ ਇੱਕ ਨਿਸ਼ਚਿਤ ਤਰਤੀਬ ਵਿੱਚ ਬੱਝੇ ਹੁੰਦੇ ਹਨ। ਇਸ ਤਰ੍ਹਾਂ ਸ਼ਬਦਾਂ ਦੇ ਅਜਿਹੇ ਸੁਮੇਲ ਜਾਂ ਤਰਤੀਬ ਨੂੰ ਹੀ ਵਾਕ ਕਿਹਾ ਜਾਂਦਾ ਹੈ। ਵਿਆਕਰਨ ਦੇ ਜਿਸ ਭਾਗ ਵਿੱਚ ਵਾਕ ਰਚਨਾ, ਵਾਕਾਂ ਦੀਆਂ ਕਿਸਮਾਂ, ਵਾਕ ਵਟਾਂਦਰਾ ਅਤੇ ਵਿਸ਼ਰਾਮ ਚਿੰਨ੍ਹਾਂ ਸੰਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਉਸ ਨੂੰ ਅਸੀਂ ਵਾਕ ਬੋਧ ਕਹਿੰਦੇ ਹਾਂ। ਹੁਣ ਵਾਕ ਬੋਧ ਦੀ ਪਰਿਭਾਸ਼ਾ ਕੀ ਬਣੇਗੀ ਕਿ ਵਾਕ ਅਜਿਹੇ ਸ਼ਬਦਾਂ ਦਾ ਸਮੂਹ ਹੁੰਦਾ ਹੈ ਜੋ ਇੱਕ ਨਿਸ਼ਚਿਤ ਤਰਤੀਬ ਵਿੱਚ ਬੱਝ ਕੇ ਕਿਸੇ ਭਾਵ ਨੂੰ ਪ੍ਰਗਟ ਕਰਦੇ ਹਨ। ਕੀ ਕਰਦੇ ਹਨ? ਨਿਸ਼ਚਿਤ ਤਰਤੀਬ ਵਿੱਚ ਬੱਝ ਕੇ ਕਿਸੇ ਭਾਵ ਨੂੰ ਪ੍ਰਗਟ ਕਰਦੇ ਹਨ। ਵਾਕ ਹੀ ਭਾਸ਼ਾ ਦੀ ਸਭ ਤੋਂ ਵੱਡੀ ਸਾਰਥਕ ਇਕਾਈ ਹੁੰਦੀ ਹੈ। ਵਾਕ ਦੀ ਲੰਬਾਈ ਘੱਟ ਤੋਂ ਵੱਧ ਵੀ ਹੋ ਸਕਦੀ ਹੈ, ਜਿਵੇਂ ਅੰਕੁਰ ਪੜ੍ਹਦਾ ਹੈ, ਅੰਕੁਰ ਕਹਾਣੀ ਪੜ੍ਹਦਾ ਹੈ, ਅੰਕੁਰ ਸਵੇਰ ਦਾ ਕਹਾਣੀ ਪੜ੍ਹਦਾ ਹੈ। ਗੋਰੇ ਰੰਗ ਵਾਲਾ ਅੰਕੁਰ ਸਵੇਰ ਦਾ ਕਹਾਣੀ ਪੜ੍ਹਦਾ ਹੈ। ਗੋਰੇ ਰੰਗ ਵਾਲਾ ਅੰਕੁਰ ਜਿਹੜਾ ਕੱਲ੍ਹ ਬਾਜ਼ਾਰ ਵਿੱਚ ਮਿਲਿਆ ਸੀ, ਸਵੇਰ ਦਾ ਕਹਾਣੀ ਪੜ੍ਹਦਾ ਹੈ। ਇਹ ਸਾਰੇ ਵਾਕ ਬੱਚੇ ਜਿਹੜੇ ਹੈਗੇ ਆ, ਇਹ ਅਰਥ ਭਰਪੂਰ ਹੋਣ ਸਦਕਾ ਵਾਕ ਹਨ। ਭਾਵ ਕਿ ਇਹਨਾਂ ਦਾ ਅਰਥ ਵੀ ਹੈ ਅਤੇ ਇਹ ਜਿਹੜੇ ਵਾਕ ਹੈ ਵੱਧ ਵੀ ਹੋ ਸਕਦੇ ਆ। ਇਹਨਾਂ ਦੀ ਜਿਹੜੀ ਲੰਬਾਈ ਹੈ ਉਹ ਘਟਾਈ ਵੀ ਜਾ ਸਕਦੀ ਹੈ ਅਤੇ ਵਧਾਈ ਵੀ ਜਾ ਸਕਦੀ ਹੈ। ਜਿੱਦਾਂ ਦੇਖੋ ਇੱਥੋਂ 3 ਸ਼ਬਦਾਂ ਤੋਂ ਕਿੰਨੇ ਅੱਗੇ ਅੱਗੇ ਇਹੀ ਜਿਹੜਾ ਅੰਕੁਰ ਵਾਲਾ ਜਿਹੜਾ ਚੱਲ ਰਿਹਾ ਆਪਣਾ, ਉਹਦੇ ਹੀ ਜਿਹੜੇ ਵਾਕ ਹੈ ਉਹ ਅੱਗੇ ਜਾ ਕੇ ਕਿੰਨਾ ਵੱਡਾ ਵਾਕ ਬਣ ਸਕਦਾ ਹੈ। ਉਸੇ ਤਰ੍ਹਾਂ ਇਹਦੀ ਜਿਹੜੀ ਲੰਬਾਈ ਚੌੜਾਈ ਆ, ਆਪਾਂ ਆਮ ਗੱਲਬਾਤ ਕਰਦੇ ਹੋਏ ਵਧਾ ਵੀ ਸਕਦੇ ਹਾਂ। ਜੇਕਰ ਤੁਸੀਂ ਕੁਝ ਸ਼ਬਦਾਂ ਨੂੰ ਠੀਕ ਤਰਤੀਬ ਵਿੱਚ ਨਾ ਲਿਖੋ ਤਾਂ ਇਹਨਾਂ ਤੋਂ ਅਰਥਾਂ ਦਾ ਸੰਚਾਰ ਨਹੀਂ ਹੁੰਦਾ, ਭਾਵ ਕਿ ਉਹਦਾ ਅਰਥ ਨਹੀਂ ਨਿਕਲਦਾ। ਇਸ ਲਈ ਇਹਨਾਂ ਨੂੰ ਵਾਕ ਨਹੀਂ ਕਿਹਾ ਜਾ ਸਕਦਾ। ਜਿਵੇਂ ਦੇ ਹਨ ਕਰਤਾਰ ਪਿਤਾ ਡਾਕਟਰ ਜੀ, ਇਹਦਾ ਕੋਈ ਅਰਥ ਨਹੀਂ ਨਿਕਲਦਾ। ਬਲਦੇਵ ਹੈ ਸਵੇਰੇ ਕਰਦਾ ਰੋਜ਼ ਸੈਰ, ਮੀਂਹ ਹੈ ਅੱਜ ਪੈਂਦਾ ਰਾਤ ਰਿਹਾ ਸਾਰੀ, ਪਾਣੀ ਸਵੇਰੇ ਸੀ ਰਿਹਾ ਮਾਲੀ ਨੂੰ ਬੂਟਿਆਂ ਪਾ। ਠੀਕ ਹੈ ਬੱਚੇ, ਇਹ ਜਿਹੜੇ ਵਾਕ ਆ ਇਹਨਾਂ ਦਾ ਕੋਈ ਮੀਨਿੰਗ ਨਹੀਂ ਬਣਦਾ। ਅਤੇ ਜੇਕਰ ਅਸੀਂ ਇਹਨਾਂ ਸ਼ਬਦਾਂ ਨੂੰ ਠੀਕ ਤਰਤੀਬ ਵਿੱਚ ਲਿਖੀਏ ਤਾਂ ਇਹਨਾਂ ਦੇ ਅਰਥਾਂ ਦਾ ਸੰਚਾਰ ਕਿਵੇਂ ਹੋਵੇਗਾ? ਪਹਿਲੇ ਦਾ ਦੇਖੋ ਬੱਚੇ, ਕਰਤਾਰ ਦੇ ਪਿਤਾ ਜੀ ਡਾਕਟਰ ਹਨ। ਦੂਜੇ ਦਾ ਬਲਦੇਵ ਰੋਜ਼ ਸੈਰ ਕਰਦਾ ਹੈ। ਤੀਜੇ ਦਾ ਅੱਜ ਸਾਰੀ ਰਾਤ ਮੀਂਹ ਪੈਂਦਾ ਰਿਹਾ ਹੈ। ਚੌਥਾ ਮਾਲੀ ਸਵੇਰੇ ਬੂਟਿਆਂ ਨੂੰ ਪਾਣੀ ਪਾ ਰਿਹਾ ਸੀ। ਇਹ ਬੱਚੇ ਜਿਹੜੇ ਵਾਕ ਹੈ ਇਹਨਾਂ ਦਾ ਮੀਨਿੰਗ ਹੈ ਅਤੇ ਅਰਥਾਂ ਦਾ ਇਹਦਾ ਸੰਚਾਰ ਜਿਹੜਾ ਹੈਗਾ ਉਹ ਤਰਤੀਬ ਵਿੱਚ ਹੈ। ਇਹਨਾਂ ਤੋਂ ਅਰਥ ਵੀ ਨਿਕਲਦੇ ਹੈ ਅਤੇ ਜਿਹੜੇ ਇਹ ਸ਼ਬਦ ਹੈ ਉਹ ਠੀਕ ਤਰਤੀਬ ਵਿੱਚ ਲਿਖੇ ਵੀ ਗਏ ਹਨ। ਇਸ ਤਰ੍ਹਾਂ ਸ਼ਬਦਾਂ ਨੂੰ ਨਿਸ਼ਚਿਤ ਤਰਤੀਬ ਵਿੱਚ ਲਿਖਣ ਨਾਲ ਹੀ ਵਾਕ ਬਣਦੇ ਹਨ। ਵਿਆਕਰਨ ਵਿੱਚ ਇਸ ਤਰਤੀਬ ਨੂੰ ਕਰਤਾ ਕਰਮ ਕਿਰਿਆ ਕਿਹਾ ਜਾਂਦਾ ਹੈ। ਅਰਥਾਤ ਵਾਕ ਵਿੱਚ ਪਹਿਲਾਂ ਕਰਤਾ, ਫਿਰ ਕਰਮ ਅਤੇ ਫਿਰ ਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੁੰਡਾ ਹਾਕੀ ਖੇਡ ਰਿਹਾ ਹੈ, ਕੁੜੀ ਨਾਵਲ ਪੜ੍ਹ ਰਹੀ ਹੈ। ਇਹਨਾਂ ਵਾਕਾਂ ਵਿੱਚ ਮੁੰਡਾ ਅਤੇ ਕੁੜੀ ਕਰਤਾ ਹਨ ਕਿਉਂਕਿ ਉਹ ਕੰਮ ਕਰ ਰਹੇ ਹਨ। ਹਾਕੀ ਅਤੇ ਨਾਵਲ ਕਰਮ 'ਤੇ ਖੇਡ ਰਿਹਾ ਹੈ ਅਤੇ ਪੜ੍ਹ ਜਿਹੜਾ ਹੈਗਾ ਉਹ ਕਿਰਿਆ ਹੈ। ਵਾਕ ਦੇ ਹਿੱਸੇ, ਵਾਕ ਦੇ ਮੁੱਖ ਤੌਰ 'ਤੇ 2 ਹਿੱਸੇ ਹੁੰਦੇ ਹਨ, ਉਦੇਸ਼ ਅਤੇ ਵਿਧੇਯ। ਕਿਹੜੇ? ਉਦੇਸ਼ ਅਤੇ ਵਿਧੇਯ। ਉਦੇਸ਼ ਕੀ ਹੁੰਦੇ ਹਨ? ਵਾਕ ਵਿੱਚ ਜਿਸ ਬਾਰੇ ਕੁਝ ਕਿਹਾ ਜਾਂਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ। ਜਿਵੇਂ ਬਲਜਿੰਦਰ ਸ਼ਹਿਰ ਜਾਵੇਗਾ, ਮੁੱਖ ਅਧਿਆਪਕ ਜੀ ਕੌਮੀ ਝੰਡਾ ਲਹਿਰਾਉਣਗੇ। ਇਹਦੇ ਵਿੱਚ ਬਲਜਿੰਦਰ ਅਤੇ ਮੁੱਖ ਅਧਿਆਪਕ ਜੀ ਕੀ ਹਨ? ਉਦੇਸ਼ ਹਨ। ਵਿਧੇਯ ਕੀ ਹੁੰਦੇ ਆ ਬੱਚੇ? ਵਾਕ ਵਿੱਚ ਜੋ ਕੁਝ ਉਦੇਸ਼ ਸੰਬੰਧੀ ਕਿਹਾ ਜਾਂਦਾ ਹੈ ਉਸਨੂੰ ਵਿਧੇਯ ਕਿਹਾ ਜਾਂਦਾ ਹੈ। ਜਿਵੇਂ ਬਲਜਿੰਦਰ ਸ਼ਹਿਰ ਜਾਵੇਗਾ ਅਤੇ ਮੁੱਖ ਅਧਿਆਪਕ ਜੀ ਕੌਮੀ ਝੰਡਾ ਲਹਿਰਾਉਣਗੇ। ਇਹਦੇ ਵਿੱਚ ਜਿਹੜਾ ਸ਼ਹਿਰ ਹੈ, ਸ਼ਹਿਰ ਜਾਵੇਗਾ ਅਤੇ ਕੌਮੀ ਝੰਡਾ ਜਿਹੜਾ ਹੈਗਾ ਇਹ ਵਿਧੇਯ ਹਨ। ਵਾਕ ਦੀਆਂ ਕਿਸਮਾਂ ਬੱਚਿਓ, ਵਾਕਾਂ ਦੀ ਵਾਕ ਸ਼੍ਰੇਣੀ ਜਿਹੜੀ ਹੈਗੀ ਆ ਉਹਦੀ ਜਿਹੜੀ ਵੰਡ ਹੈਗੀ ਆ ਹੇਠਲੀਆਂ 2 ਵਿਧੀਆਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਜਿਵੇਂ ਬਣਤਰ ਦੇ ਆਧਾਰ ਉੱਪਰ ਵਾਕ ਵੰਡ, ਕਾਰਜ ਜਾਂ ਅਰਥਾਂ ਦੇ ਆਧਾਰ ਉੱਪਰ ਵਾਕ ਵੰਡ। ਬਣਤਰ ਦੇ ਆਧਾਰ ਉੱਪਰ ਵਾਕ ਦੀਆਂ ਮੁੱਖ ਤੌਰ 'ਤੇ 3 ਕਿਸਮਾਂ ਹੁੰਦੀਆਂ ਹਨ: ਸੰਯੁਕਤ ਵਾਕ, ਸਧਾਰਨ ਵਾਕ ਅਤੇ ਮਿਸ਼ਰਤ ਵਾਕ।
ਸਧਾਰਨ ਵਾਕ ਕਿਹੜੇ ਹੁੰਦੇ ਆ? ਜਿਹੜੇ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੁੰਦੀ ਹੈ ਉਹਨੂੰ ਆਪਾਂ ਸਧਾਰਨ ਵਾਕ ਕਹਿੰਦੇ ਹਨ। ਜਿਵੇਂ ਮੋਹਨ ਪੜ੍ਹਦਾ ਹੈ, ਕਿਸਾਨ ਨੇ ਗੋਡੀ ਕੀਤੀ, ਇਹ ਕੀ ਆ? ਸਧਾਰਨ ਵਾਕ ਹਨ। ਸੰਯੁਕਤ ਵਾਕ ਕਿਹੜੇ ਹੁੰਦੇ ਹਨ? ਜਿਸ ਵਾਕ ਵਿੱਚ ਦੋ ਜਾਂ ਦੋ ਤੋਂ ਵਧੇਰੇ ਸੁਤੰਤਰ ਵਾਕਾਂ ਨੂੰ ਯੋਜਕਾਂ ਦੀ ਸਹਾਇਤਾ ਨਾਲ ਜੋੜਿਆ ਜਾਵੇ ਉਹਨਾਂ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਅਧਿਆਪਕ ਨੇ ਬੱਚੇ ਨੂੰ ਸੱਦਿਆ ਤੇ ਉਸ ਨੂੰ ਕਿਤਾਬ ਦਿੱਤੀ। ਬੱਸ ਚੱਲਦੀ ਰਹੀ ਪਰ ਬੱਚੇ ਗੀਤ ਗਾਉਂਦੇ ਰਹੇ। ਉਪਯੋਗਤ ਸੁਤੰਤਰ ਵਾਕ ਅਤੇ ਪਰ ਯੋਜਕਾਂ ਨਾਲ ਜੁੜੇ ਹੋਣ, ਭਾਵ ਕਿ ਜਿਹੜੇ ਯੋਜਕ ਉਹ ਹੁੰਦੇ ਆ ਜਿਹੜੇ ਦੋ ਵਾਕਾਂ ਨੂੰ ਜੋੜਦੇ ਆ, ਅਤੇ ਇਹਦੇ ਵਿੱਚ ਅਤੇ ਪਰ ਕੀ ਹੈ? ਯੋਜਕ ਹੈ। ਮਿਸ਼ਰਤ ਵਾਕ, ਜਿਸ ਵਾਕ ਵਿੱਚ ਇੱਕ ਤੋਂ ਵਧੇਰੇ ਕਿਰਿਆਵਾਂ ਹੋਣ, ਇੱਕ ਪ੍ਰਧਾਨ ਉਪਵਾਕ ਅਤੇ ਬਾਕੀ ਅਧੀਨ ਉਪਵਾਕ ਹੋਣ ਅਤੇ ਉਸ ਯੋਜਕਾਂ ਦੀ ਸਹਾਇਤਾ ਨਾਲ ਉਹਨਾਂ ਨੂੰ ਜੋੜ ਕੇ ਇੱਕ ਹਿੱਸਾ ਬਣ ਜਾਵੇ ਤਾਂ ਉਸਨੂੰ ਅਸੀਂ ਮਿਸ਼ਰਤ ਕਹਿੰਦੇ ਹਾਂ। ਭਾਵ ਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਹੋਵੇ, ਉਹਨੂੰ ਅਸੀਂ ਮਿਸ਼ਰਤ ਕਹਿੰਦੇ ਹਾਂ। ਜੇ ਬੁਖਾਰ ਨਾ ਹੋਇਆ ਤਾਂ ਮੈਂ ਜ਼ਰੂਰ ਸਕੂਲ ਆਵਾਂਗਾ। ਇਹ ਮੁੰਡਾ ਇਸ ਲਈ ਖੁਸ਼ ਹੈ ਕਿਉਂਕਿ ਉਹ ਇਮਤਿਹਾਨ ਵਿੱਚ ਪਾਸ ਹੋ ਗਿਆ ਹੈ। ਉਪਰੋਕਤ ਪਹਿਲੇ ਵਾਕ ਵਿੱਚ ਮੈਂ ਜ਼ਰੂਰ ਸਕੂਲ ਆਵਾਂਗਾ ਸੁਤੰਤਰ ਹੋਣ ਕਰਕੇ ਪ੍ਰਧਾਨ ਉਪਵਾਕ ਹੈ, ਪਰ ਦੂਸਰਾ ਜੇ ਬੁਖਾਰ ਨਾ ਹੋਇਆ ਅਧੀਨ ਉਪਵਾਕ ਹੈ ਅਤੇ ਦੋਵੇਂ ਯੋਜਕ ਜਿਹੜੇ ਹੈਗੇ ਆ ਉਹ ਤਾਂ ਨਾਲ ਜੁੜੇ ਹੋਏ ਹਨ। ਤੇ ਦੋਵੇਂ ਜਿਹੜੇ ਯੋਜਕ ਹੈ ਉਹ ਤਾਂ ਨਾਲ ਜੁੜੇ ਹਨ। ਉਸੇ ਤਰ੍ਹਾਂ ਦੂਸਰੇ ਵਾਕ ਵਿੱਚ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਪ੍ਰਧਾਨ ਉਪਵਾਕ ਹੈ। ਇਹ ਮੁੰਡਾ ਇਸ ਲਈ ਖੁਸ਼ ਹੈ ਅਧੀਨ ਉਪਵਾਕ ਹੈ। ਉਹ ਦੋਵੇਂ ਕਿਉਂਕਿ ਯੋਜਕ ਨਾਲ ਜੁੜੇ ਹੋਏ ਹਨ। ਕਾਰਜ ਅਰਥਾਂ ਦੇ ਆਧਾਰ 'ਤੇ ਵਾਕ ਵੰਡ। ਕਾਰਜ ਅਰਥਾਂ ਦੇ ਆਧਾਰ 'ਤੇ ਵਾਕ ਤਿੰਨ ਕਿਸਮ ਦੇ ਹੁੰਦੇ ਹਨ: ਬਿਆਨੀਆ ਵਾਕ, ਹੁਕਮੀ ਅਗਿਆਨੀ ਵਾਕ, ਪ੍ਰਸ਼ਨਵਾਚਕ ਵਾਕ। ਬਿਆਨੀਆ ਵਾਕ ਕਿਹੜਾ ਹੋ ਗਿਆ ਬੱਚੇ? ਜਿਹੜੇ ਵਾਕ ਵਿੱਚ ਕੁਝ ਹੋਣ, ਕੀਤੇ ਜਾਣ, ਕੁਝ ਵਾਪਰਨ, ਕਿਸੇ ਵਸਤੂ ਦਾ ਵਰਣਨ ਸੰਬੰਧੀ ਜਾਣਕਾਰੀ ਮਿਲੇ ਉਹ ਬਿਆਨੀਆ ਵਾਕ ਹੁੰਦਾ ਹੈ। ਜਿਵੇਂ ਕੁੜੀ ਪੜ੍ਹ ਰਹੀ ਹੈ, ਰਮਨ ਸ਼ਹਿਰ ਗਿਆ ਹੋਵੇਗਾ, ਅੱਜ ਬਹੁਤ ਠੰਡ ਸੀ। ਇਹ ਜਿਹੜੇ ਹੈਗੇ ਆ ਬਿਆਨੀਆ ਵਾਕ ਹੈ। ਹੁਕਮੀ ਆਗਿਆਵਾਚੀ ਜਿਹੜੇ ਵਾਕ ਹੈ ਬੱਚੇ ਉਹ ਕਿਹੜੇ ਹੁੰਦੇ ਆ? ਆਗਿਆਵਾਚੀ ਵਾਕ ਉਹ ਹੁੰਦੇ ਆ ਜਿਸ ਵਾਕ ਵਿੱਚ ਕੋਈ ਹੁਕਮ ਦਿੱਤਾ ਜਾਵੇ ਜਾਂ ਕੋਈ ਬੇਨਤੀ ਕੀਤੀ ਗਈ ਹੋਵੇ, ਉਸਨੂੰ ਹੁਕਮੀ ਜਾਂ ਆਗਿਆਵਾਚੀ ਜਿਹੜਾ ਵਾਕ ਹੈਗਾ ਉਹ ਕਹਿੰਦੇ ਆ। ਜਿਵੇਂ ਹੁਣੇ ਦਿੱਲੀ ਜਾਓ, ਆਰਡਰ ਦੇਤਾ, ਆਗਿਆ ਵੀ ਹੋ ਗਈ ਅਤੇ ਹੁਕਮ ਵੀ ਦਿੱਤਾ। ਮਹਿਮਾਨਾਂ ਲਈ ਚਾਹ ਲੈ ਕੇ ਆਵੋ, ਹੁਕਮ ਹੋ ਗਿਆ ਜਾਂ ਆਗਿਆਵਾਚੀ ਵਾਕ ਇਹ ਹੋ ਗਏ। ਅੱਗੇ ਹੈ ਪ੍ਰਸ਼ਨਵਾਚੀ ਵਾਕ। ਜਿਸ ਵਾਕ ਵਿੱਚ ਕੋਈ ਪੁੱਛ ਪੜਤਾਲ ਕੀਤੀ ਜਾਵੇ ਜਾਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਸਨੂੰ ਅਸੀਂ ਪ੍ਰਸ਼ਨਵਾਚਕ ਵਾਕ ਆਖਦੇ ਹਾਂ। ਅਜਿਹੇ ਵਾਕਾਂ ਵਿੱਚ ਕੀ, ਕਿਉਂ, ਕਿੱਥੇ, ਕਦੋਂ, ਕਿਵੇਂ, ਕਿਹੜਾ ਆਦਿ ਪ੍ਰਸ਼ਨ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਦੀਪਕ ਲੁਧਿਆਣੇ ਕਦੋਂ ਜਾਵੇਗਾ, ਤੁਸੀਂ ਕੀ ਪੜ੍ਹ ਰਹੇ ਹੋ, ਅਸ਼ੋਕ ਬਾਜ਼ਾਰ ਕਿਉਂ ਗਿਆ ਹੈ। ਕਈ ਵਾਕਾਂ ਵਿੱਚ ਉਹਨਾਂ ਦੇ ਉਚਾਰਨ ਲਹਿਜੇ ਤੋਂ ਹੀ ਉਹਨਾਂ ਦੇ ਪ੍ਰਸ਼ਨਵਾਚਕ ਹੋਣ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਭਾਵ ਕਿ ਜਦੋਂ ਕੋਈ ਬੰਦਾ ਉਹਨੂੰ ਬੋਲਦਾ ਹੈ ਉਸ ਵਾਕ ਨੂੰ, ਸਾਨੂੰ ਉਹਦੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਹੈ, ਉਹਦੇ ਉਚਾਰਨ ਦੇ ਲਹਿਜੇ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਉਹ ਵਾਕ ਹੈ ਉਹ ਕਿਸ ਕਿਸਮ ਦਾ ਹੈ। ਸੋ ਬੱਚਿਓ, ਇਹ ਸੀ ਆਪਣਾ ਪਾਠ ਵਾਕ ਬੋਧ, ਜੋ ਕਿ ਸਾਡਾ 17ਵਾਂ ਪਾਠ ਹੈ। ਹੁਣ ਇਸ ਪਾਠ ਨੂੰ ਤੁਸੀਂ ਆਪ 2 ਵਾਰੀ ਪੜ੍ਹਨਾ ਹੈ, ਯਾਦ ਕਰਨਾ ਹੈ, ਅਤੇ ਇਸ ਵਿੱਚ ਜੋ ਵਾਕਾਂ ਦੀ ਪਰਿਭਾਸ਼ਾ ਦਿੱਤੀ ਗਈ ਹੈ ਅਤੇ ਵਾਕ ਕਿੰਨੀ ਕਿਸਮ ਦੇ ਹੁੰਦੇ ਹਨ, ਕਿਹੜੇ ਕਿਹੜੇ ਹੁੰਦੇ ਹਨ, ਉਹਨਾਂ ਨੂੰ ਯਾਦ ਕਰਨਾ ਹੈ। ਅਤੇ ਇਸ ਦੇ ਪ੍ਰਸ਼ਨ ਆਨਸਰਾਂ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਲਿਖਣਾ ਹੈ। ਨੋਟਬੁੱਕ ਦੇ ਵਿੱਚ ਲਿਖ ਕੇ ਤਾਂ ਜਿਹੜੀ ਬੈਕ ਐਕਸਰਸਾਈਜ਼ ਹੈ ਉਸ ਨੂੰ ਤੁਸੀਂ ਆਪਣੇ ਆਪ ਸੋਲਵ ਕਰਨਾ ਹੈ। ਉਹ ਤੁਸੀਂ ਬੁੱਕ 'ਤੇ ਹੀ ਸੋਲਵ ਕਰਨੀ ਹੈ ਅਤੇ ਸੋਲਵ ਕਰਕੇ ਮੈਨੂੰ ਭੇਜਣੀ ਹੈ। ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਸ ਦੀ ਆਨਸਰ ਕੀ ਭੇਜਾਂਗੀ ਅਤੇ ਉਸ ਤੋਂ ਬਾਅਦ ਜਿਹੜੇ ਆਨਸਰ ਕੀ ਹੈ ਤੁਸੀਂ ਆਪਣੇ ਕੰਮ ਨਾਲ ਤੁਸੀਂ ਉਹ ਮਿਲਾ ਸਕਦੇ ਹੋ ਅਤੇ ਆਪਣੀਆਂ ਗਲਤੀਆਂ ਨੂੰ ਕੱਢ ਸਕਦੇ ਹੋ। ਅਤੇ ਜੇ ਕੋਈ ਫਿਰ ਵੀ ਕਨਫਿਊਜ਼ਨ ਲੱਗਦੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਸੋ ਬੱਚੇ, ਇਸ ਵੀਡੀਓ ਨੂੰ ਦੇਖਣਾ ਹੈ ਅਤੇ ਇਸ ਪਾਠ ਨੂੰ ਪੜ੍ਹਨਾ ਹੈ ਅਤੇ ਇਸ ਬੈਕ ਐਕਸਰਸਾਈਜ਼ ਨੂੰ ਸੋਲਵ ਕਰਨਾ ਹੈ। So we will meet in the next class. Thank you so much. Have a nice day.